ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਿਹੜਾ ਪਹਿਰਾ ਸੀ, ਉਹਨਾਂ ਦੇ ਬਚਨ ਵਿਲਾਸ ਆਪਾਂ ਕੀਤੇ ਆ। ਕੁਛ ਗੱਲਾਂ ਸੀਗੀਆਂ ਜਿੱਥੇ ਸੰਤ ਜੀ ਨੇ ਸਾਡੀ ਮਰਿਆਦਾ ਦੇ ਉੱਤੇ ਕਿੰਤੂ ਪਰੰਤੂ ਕੀਤੇ। ਉਹ ਵੀ ਖਾਸ ਆਪਣੇ ਨੌਜਵਾਨ ਪੁੱਛਦੇ ਆ, ਨਿਹੰਗ ਸਿੰਘ ਆ ਜਿਹੜੇ ਬਾਣਾ ਪਾਉਣ ਵਾਲੇ, ਇਹਨਾਂ ਦੇ ਪੁੱਛਣ ਦੱਸਣ ਕਰਕੇ ਹੀ ਉਹ ਗੱਲਾਂ ਬਾਤਾਂ ਸੱਚ ਦੇ ਵਚਨ, ਸੱਚੇ ਵਚਨ ਜਿਹੜੇ ਕੀਤੇ ਆ ਆਪਾਂ। ਪੁਰਾਤਨ ਫੌਜਾਂ ਨੂੰ ਸਭ ਨੂੰ ਪਤਾ ਆ ਇੱਕ ਹੋਰ ਜ਼ਰੂਰੀ ਵਚਨ ਵਿੱਚ ਜੋੜ ਦਈਏ, ਬਾਬਾ ਸੰਤਾ ਸਿੰਘ ਸਾਹਿਬ ਜੀਆਂ ਨੇ ਟਕਸਾਲ ਦਾ ਫਿਰ ਵੀ ਸਾਥ ਦਿੱਤਾ। ਇਹ ਵਚਨ ਸਿੱਧ ਕਰਦਾ ਆ। ਉਹ ਜਿਹੜੀ ਕੱਲ ਵੀਡੀਓ ਆਪਾਂ ਬੋਲ ਕੇ ਪਾਈ ਆ, ਉਹ ਗਾਂਹ ਤੋਂ ਗਾਂਹ ਬਹੁਤ ਸ਼ੇਅਰ ਕੀਤੀ ਤਾਂ ਉਹ ਟਕਸਾਲੀਆਂ ਸਿੰਘਾਂ ਦੇ ਕੋਲ ਵੀ ਪਹੁੰਚੇ ਹੋਣਗੇ ਵਚਨ, ਤੇ ਆ ਵੀ ਜ਼ਰੂਰ ਪਹੁੰਚੇਗੀ ਅੱਜ ਦੀ ਵੀ। 1977 ਦੇ ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਮਿਲਦਾ ਆ ਪਹਿਰਾ ਟਕਸਾਲ ਦਾ, ਹਨਾ, ਮੁਖੀ ਬਣਾ ਦਿੱਤੇ ਜਾਂਦੇ ਆ ਉਹ। ਤੇ 1977 ਦੇ ਵਿੱਚ ਨਿਰੰਕਾਰੀ ਕਾਂਡ ਹੁੰਦਾ ਹੈ। ਨਿਰੰਕਾਰੀ ਜਿਹੜੇ ਨਰਕ ਧਾਰੀਏ ਸੀਗੇ ਨਿਰੰਕਾਰੀ, ਉਹ ਗੋਲੀਆਂ ਚਲਾ ਦਿੰਦੇ ਆ ਤੇ 13 ਸਿੰਘ ਜ਼ਖਮੀ ਸ਼ਹੀਦ ਹੋ ਜਾਂਦੇ ਆ ਉੱਥੇ। 13 ਸਿੱਖ ਸ਼ਹੀਦ ਹੋ ਜਾਂਦੇ ਆ। ਤੇ ਉਦੋਂ ਸੰਤ ਜਰਨੈਲ ਸਿੰਘ ਜੀ ਨੂੰ ਪਹਿਰਾ ਮਿਲਿਆ ਹੀ ਸੀ ਹਜੇ ਟਕਸਾਲ ਦਾ। ਤੇ ਜਿਹੜੇ ਉਹ ਨਿਰੰਕਾਰੀਏ ਸੀਗੇ, ਜਿਹੜੇ ਉਹ ਨਰਕ ਧਾਰੀਏ ਸੀਗੇ, ਉਹ 13 ਸਿੰਘਾਂ ਨੂੰ ਸ਼ਹੀਦ ਕਰ ਦਿੰਦੇ ਆ। ਤੇ 13 ਸਿੰਘਾਂ ਨੂੰ ਸ਼ਹੀਦ ਕਰ ਦਿੰਦੇ ਆ ਤੇ ਉਹ ਉੱਥੇ ਗੁੰਡਾਗਰਦੀ ਕਰਦੇ ਆ ਤੇ ਕਿਸੇ ਨੂੰ ਉਹ ਸਿੰਘਾਂ ਦੀਆਂ ਲਾਸ਼ਾਂ ਵੀ ਨਹੀਂ ਚੱਕਣ ਦਿੰਦੇ। ਜਿਹੜੇ 13 ਸਿੰਘ 1977 ਦੇ ਵਿੱਚ ਸ਼ਹੀਦ ਹੁੰਦੇ ਆ, ਜਿੱਥੇ ਮੋਰਚਾ ਲੱਗਦਾ ਆ ਪਹਿਲਾਂ, ਉਦੋਂ ਸੰਤ ਜਰਨੈਲ ਸਿੰਘ ਜੀਆਂ ਨੂੰ ਪੱਗ ਮਿਲਦੀ ਆ ਟਕਸਾਲ ਦੀ, ਤੇ ਉਹਨਾਂ ਦੀ ਉਸ ਵੇਲੇ ਕਹਿ ਲਓ ਵੀ ਇੰਨੀ ਪਾਵਰ ਨਹੀਂ ਸੀ ਸੰਤ ਜਰਨੈਲ ਸਿੰਘ ਜੀ ਦੀ। ਅਜੇ ਤਾਂ ਟਕਸਾਲ ਦੀ ਪੱਗ ਮਿਲੀ ਆ ਤੇ ਉਧਰ 13 ਸਿੰਘ ਸ਼ਹੀਦ ਹੋ ਜਾਂਦੇ ਆ। ਤੇ ਫਿਰ ਕਿਸੇ ਨੂੰ ਵੀ, ਜਾਂ ਕਿਸੇ ਟਕਸਾਲੀਆਂ ਨੂੰ, ਜਾਂ ਕਹਿ ਲਓ ਵੀ ਸਾਰਿਆਂ ਸਿੱਖਾਂ ਨੂੰ ਹੀ, ਉਹ ਨਰਕ ਧਾਰੀਏ ਜਿਹੜੇ ਸੀਗੇ, ਉਹ ਲਾਸ਼ਾਂ ਨਹੀਂ ਉਹਨਾਂ ਨੇ ਚੱਕਣ ਦਿੱਤੀਆਂ 13 ਸਿੰਘਾਂ ਦੀਆਂ। 13 ਸਿੰਘਾਂ ਦੀਆਂ ਉਹਨਾਂ ਨੇ ਉਹ ਲਾਸ਼ਾਂ ਨਹੀਂ ਸੀ ਚੱਕਣ ਦਿੱਤੀਆਂ। ਤੇ ਇਹ ਵਚਨ ਫਿਰ ਬਾਬਾ ਸੰਤਾ ਸਿੰਘ ਸਾਹਿਬ ਜੀ ਦੇ ਪਾਸ ਪਹੁੰਚਿਆ ਸੀ ਕਿ ਜਿਹੜੇ ਉਹ ਨਿਰੰਕਾਰੀਏ ਆ, ਨਰਕ ਧਾਰੀਏ ਆ, ਉਹਨਾਂ ਨੇ ਉਹ 13 ਸਿੰਘ ਸ਼ਹੀਦ ਕਰ ਦਿੱਤੇ ਆ। ਤੇ ਹੁਣ ਉਹ ਸਿੰਘਾਂ ਦੀਆਂ ਲੋਥਾਂ, ਸਿੰਘਾਂ ਦੇ ਸਰੀਰ ਵੀ ਨਹੀਂ ਚੱਕਣ ਦਿੰਦੇ। ਠੀਕ ਹੈ ਜੀ। ਤੇ ਫਿਰ ਬਾਬਾ ਸੰਤਾ ਸਿੰਘ ਸਾਹਿਬ ਜੀ ਆਪ ਜਾ ਕੇ, ਬਾਬਾ ਸੰਤਾ ਸਿੰਘ ਸਾਹਿਬ ਜੀ ਨੇ ਉਹਨਾਂ ਦੇ ਜਿੱਥੇ ਉਹਨਾਂ ਦਾ ਡੇਰਾ ਸੀ ਕਿਤੇ ਨਰਕ ਧਾਰੀਆਂ ਦਾ, ਉੱਥੇ ਜਾ ਕੇ ਬਾਬਾ ਸੰਤਾ ਸਿੰਘ ਸਾਹਿਬ ਜੀ ਨੇ ਐਲਾਨ ਕੀਤਾ ਸੀ ਕਿ ਅਸੀਂ ਸਿੰਘਾਂ ਦੇ ਸਰੀਰ ਲੈਣ ਵਾਸਤੇ ਆਏ ਹਾਂ, ਸਿੱਖਾਂ ਦੇ। ਤੇ ਜਾਂ ਤਾਂ ਤੁਸੀਂ ਬੰਦੇ ਬਣ ਕੇ ਦਰਵਾਜ਼ੇ ਖੋਲ੍ਹ ਦਿਓ, ਸਰੀਰ ਸਾਨੂੰ ਚੱਕ ਲੈਣ ਦਿਓ ਸਾਡਿਆਂ ਸਿੰਘਾਂ ਨੂੰ। ਤੇ ਫਿਰ ਜੇ ਤੁਸੀਂ ਸਰੀਰ ਨਹੀਂ ਚੱਕਣ ਦੇਣੇ ਤਾਂ ਫਿਰ ਦੇਖ ਲਓ ਵੀ ਅਸੀਂ ਚੜ੍ਹ ਕੇ ਆਏ ਹਾਂ ਪੂਰੇ ਤਿਆਰ ਬਰ ਤਿਆਰ ਸਨੱਧ-ਬੱਧ ਹੋ ਕੇ, ਤੇ ਤੁਹਾਡਾ ਡੇਰਾ ਇੱਥੇ ਨਰਕ ਬਣਾ ਦਿਆਂਗੇ ਹੁਣੇ ਤੁਹਾਡੇ ਸਾਰੇ ਡੇਰੇ ਨੂੰ। ਤੇ ਇਹ ਪੁਰਾਤਨ ਟਕਸਾਲ ਦਿਆਂ ਸਿੰਘਾਂ ਨੂੰ ਵੀ ਪਤਾ ਹੋਊਗਾ, ਜਾਂ ਹੋਰ ਸਿੱਖਾਂ ਦੇ ਪਾਸ ਵੀ ਇਹ ਜਾਣਕਾਰੀ ਹੋਊਗੀ
ਕਿ 1977 ਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਗੋਲੀ, ਉਹ ਜਿਹੜੇ ਨਿਰੰਕਾਰੀ ਆਪਣੇ ਆਪ ਨੂੰ ਕਹਾਉਣ ਵਾਲੇ ਨਿਰੰਕਾਰੀ ਗੁਰਬਚਨਾ ਸੀ ਜਿਹੜਾ, ਠੀਕ ਹੈ, ਨਕਲੀ ਗੁਰੂ ਨਰਕ ਧਾਰੀਆ, ਤੇ ਉਹ ਜਦੋਂ ਗੋਲੀਆਂ ਚਲਾ ਦਿੰਦਾ ਹੈ ਤਾਂ ਉਦੋਂ ਸੰਤ ਜਰਨੈਲ ਸਿੰਘ ਜੀ ਤੋਂ ਵੀ ਉਹ ਸਿੰਘਾਂ ਦੇ ਸਰੀਰ ਚੁਕਾ ਨਹੀਂ ਸੀ ਹੋਏ। ਬਾਬਾ ਸੰਤਾ ਸਿੰਘ ਸਾਹਿਬ ਜੀ ਉਹ ਸਰੀਰਾਂ ਨੂੰ ਲਿਆ ਕੇ ਦਿੰਦੇ ਆ। ਇਹ ਸਾਥ ਦਿੱਤਾ ਬਾਬਾ ਸੰਤਾ ਸਿੰਘ ਸਾਹਿਬ ਜੀ ਨੇ ਟਕਸਾਲ ਦਾ, ਕਿਉਂਕਿ ਵੱਡੇ ਸੀ ਪਹਿਲਾਂ ਵੀ ਸੰਤ ਕਰਤਾਰ ਸਿੰਘ ਸਾਹਿਬ ਜੀ ਦੇ ਵੀ, ਠੀਕ ਹੈ ਜੀ, ਉਹਨਾਂ ਦਾ ਵੀ ਸਾਥ ਦਿੱਤਾ, ਉਹਨਾਂ ਨੂੰ ਵੀ ਖੜੇ ਕੀਤਾ। ਬਾਬਾ ਸੰਤਾ ਸਿੰਘ ਸਾਹਿਬ ਜੀ ਵੱਡੇ ਸੀਗੇ ਭਾਈ, ਪੰਥ ਦੇ ਮੁਖੀ ਸੀ, ਬੁੱਢੇ ਦਲ ਦੇ 13ਵੇਂ ਜਥੇਦਾਰ। ਤੇ ਉਦੋਂ ਬਾਅਦ ਸੰਤ ਜਰਨੈਲ ਸਿੰਘ ਜੀ ਨੇ ਇਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਹੋਰ ਬਾਦਲ ਟੌੜੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਬਾਬਾ ਸੰਤਾ ਸਿੰਘ ਸਾਹਿਬ ਜੀ ਦੇ ਖਿਲਾਫ ਵੀ ਬਹੁਤ ਬਚਨ ਕੀਤੇ, ਪੰਥ ਦੀ ਮਰਿਆਦਾ ਤੇ ਵੀ ਕਿੰਤੂ ਪਰੰਤੂ ਕੀਤਾ। ਤੇ ਕੱਲ ਆਪਾਂ ਉਹ ਬਚਨ ਕੀਤਾ ਸੀ ਵੀ ਅੰਮ੍ਰਿਤ ਦੇ ਪ੍ਰਤੀ ਸੰਤ ਜਰਨੈਲ ਸਿੰਘ ਜੀ ਨੇ ਕਿੰਤੂ ਕੀਤਾ ਸੀ, ਤੇ ਇਹ ਵੀ ਕਿਹਾ ਸੀ ਵੀ ਹੈਗੇ ਆ ਕੁਛ ਮਨਮਤੀਏ ਲੋਕ ਜਿਹੜੇ ਉਹ ਸਾਰੇ ਸਿੰਘ। ਐਸਾ ਕਿਹੜਾ ਸਿੱਖ ਆ ਜਿਹੜਾ ਸੰਤ ਜਰਨੈਲ ਸਿੰਘ ਜੀ ਦੀਆਂ ਸਪੀਚਾਂ ਨਾ ਕਿਸੇ ਨੇ ਸੁਣੀਆਂ ਹੋਣ, ਉਹ ਹੁਣ ਵੀ ਸੁਣ ਸਕਦਾ ਹੈ। ਤੇ ਆਪਾਂ ਉਹਦੇ ਉੱਤੇ ਅੱਜ ਆਪਣਾ ਆਖਰੀ ਵਚਨ ਹੋਵੇਗਾ। ਅੱਜ ਆਪਣੇ ਆਖਰੀ ਵਚਨ ਹੈ, ਮੁੜ ਕੇ ਇਦੋਂ ਬਾਅਦ ਆਪਾਂ ਇਦਾਂ ਦੇ ਸੰਸਾਰੀ ਵਚਨ ਨਹੀਂ ਕਰਨੇ। ਤੇ ਸੰਤ ਜਰਨੈਲ ਸਿੰਘ ਜੀ ਨੇ ਕਿਹਾ ਸੀ ਵੀ ਹੈਗੇ ਆ ਕੁਛ ਮਨਮਤੀਏ ਲੋਕ ਜਿਹੜੇ ਕਹਿੰਦੇ ਆ ਵੀ ਬੀਬੀ ਨੂੰ ਖੰਡੇ ਦੀ ਪੌਲ ਨਹੀਂ ਦੇਣੀ, ਜਾਂ ਬੀਬੀ ਲਿੰਗ ਪਲਿੰਗ ਦੀਆਂ ਗੱਲਾਂ ਕਰਦੇ ਨੇ। ਇਹੋ ਜਿਹੇ ਬਚਨ ਸੰਤ ਜਰਨੈਲ ਸਿੰਘ ਜੀ ਨੇ ਵਰਤੇ ਸੀਗੇ, ਔਰ ਵਰਤੇ ਬੁੱਢੇ ਦਲ ਦੀ ਮਰਿਆਦਾ ਦੇ ਉੱਤੇ ਕਿੰਤੂ ਪਰੰਤੂ ਕਰਦੇ ਆਏ ਸੀਗੇ, ਠੀਕ ਆ। ਤੇ ਅੱਜ ਆਪਾਂ ਉਹੀ ਬਚਨ ਕਰਨੇ ਆ ਵੀ ਬੁੱਢੇ ਦਲ ਦੇ ਵਿੱਚ ਬੀਬੀਆਂ ਨੂੰ ਖੰਡੇ ਦੀ ਪੌਲ ਕਿਉਂ ਨਹੀਂ ਦਿੱਤੀ ਜਾਂਦੀ, ਠੀਕ ਆ। ਗੁਰਬਾਣੀ ਕੀ ਕਹਿੰਦੀ ਹੈ ਜਾਂ ਸੱਚਾਈ ਕੀ ਹੈ, ਆਪਾਂ ਇਹੀ ਮਸਲਾ ਇਹੀ ਆਪਾਂ ਗੱਲ ਕਰਨੀ ਆ, ਠੀਕ ਹੈ ਜੀ। ਤੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਦਾ ਖੰਡੇ ਦੀ ਪੌਲ ਤਿਆਰ ਕੀਤੀ, ਤੇ ਉਦੋਂ ਸਿਰਫ 5 ਮਰਦਾਂ ਨੂੰ, 5 ਪਿਆਰੇ ਉਦੋਂ ਉੱਥੇ ਹਾਜ਼ਰ ਹੋਏ ਜਿਨ੍ਹਾਂ ਨੇ ਸਿਰ ਦੇਣਾ ਕਬੂਲ ਕੀਤਾ। ਤੇ ਜਿਨ੍ਹਾਂ ਨੇ ਸਿਰ ਦੇਣਾ ਕਬੂਲ ਕੀਤਾ ਉਹਨਾਂ ਨੂੰ ਹੀ ਅੰਮ੍ਰਿਤ ਮਿਲਿਆ, ਠੀਕ ਹੈ ਜੀ। ਇਹ ਜਿਹੜਾ ਖਾਲਸਾ ਪੰਥ ਆ ਭਾਈ, ਇਹ ਮਰਦਾਂ ਦਾ ਪੰਥ ਹੈ, ਮਰਦਾਂ ਦਾ ਹੀ ਪੰਥ ਹੈ ਇਹ, ਕਿਉਂਕਿ ਇਹ ਇੱਕ ਅਕਾਲ ਪੁਰਖ ਦਾ ਮਰਦ ਦਾ ਪੰਥ ਚਲਾਇਆ ਹੋਇਆ ਹੈ, ਇਹ ਇੱਕ ਅਕਾਲ ਪੁਰਖ ਦਾ। ਇਸ ਕਰਕੇ ਆਪ ਅਕਾਲ ਪੁਰਖ ਮਰਦ ਹੈ, ਤੇ ਗਾਹਾਂ ਉਹਦੀ ਫੌਜ ਵੀ ਮਰਦਾਂ ਦੀ ਭਰਤੀ ਕੀਤੀ ਉਹਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਤੇ ਜਿਹੜਾ ਖਾਲਸਾ ਪੰਥ ਆ, ਜਿਹੜੇ ਨਿਹੰਗ ਸਿੰਘਾਂ ਦਾ ਮੋਰਚਾ, ਨਿਹੰਗਾਂ ਸਿੰਘਾਂ ਦਾ ਪੰਥ ਆ ਬਿਅੰਗਮਾਂ ਦਾ ਪੰਥ, ਬਿਅੰਗਮਾਂ ਦਾ ਪੰਥ। ਨਿਹੰਗ ਸਿੰਘਾਂ ਦਾ ਜਿਹੜਾ ਮੋਰਚਾ ਰਿਹਾ ਆ ਉਹ ਬਿਅੰਗਮਾਂ ਦਾ ਰਿਹਾ ਕੰਮ, ਬਿਅੰਗਮਾਂ ਦਾ ਮੋਰਚਾ ਰਿਹਾ ਪਹਿਲੇ ਦਿਨ ਤੋਂ ਹੀ ਨਿਹੰਗ ਸਿੰਘਾਂ ਦਾ। ਜਿਹੜੇ ਨਿਹੰਗ ਸਿੰਘਾਂ ਦੀ ਫੌਜ ਦੇ ਵਿੱਚ ਭਰਤੀ ਹੁੰਦੇ ਰਹੇ ਆ ਉਹ ਬਿਅੰਗਮੀ ਹੀ ਰਹੇ ਆ, ਬਿਅੰਗਮੀ ਪਹਿਰਾ ਆ ਨਿਹੰਗਾਂ ਸਿੰਘਾਂ ਦਾ, ਖਾਲਸੇ ਪੰਥ ਦਾ। ਆ ਹੁਣ ਜੇ ਆ ਕੇ ਥੋੜਾ ਮੋਰਚਾ ਖਰਾਬ ਹੋਇਆ, ਨਹੀਂ ਸਭ ਤੋਂ ਪਹਿਲਾਂ ਸਾਰੇ ਬਿਅੰਗਮੇ ਹੀ ਰਹੇ ਆ ਪੰਥ ਦੇ ਵਿੱਚ, ਬੁੱਢੇ ਦਲ ਦੇ ਵਿੱਚ ਸਾਰੇ ਬਿਅੰਗਮੇ ਹੀ ਰਹਿੰਦੇ ਰਹੇ ਆ, ਬਿਅੰਗਮਾਂ ਦਾ ਹੀ ਪਹਿਰਾ ਰਿਹਾ ਆ, ਠੀਕ ਹੈ ਜੀ। ਤੇ ਇਸ ਕਰਕੇ ਬਿਅੰਗਮਾਂ ਦੇ ਵਿੱਚ ਬੀਬੀਆਂ ਨੂੰ ਨਹੀਂ ਰਲਾਇਆ ਜਾਂਦਾ ਗੁਰਮੁਖੋ, ਠੀਕ ਹੈ ਜੀ। ਜਿਵੇਂ ਘੋੜਿਆਂ ਦੇ ਵਿੱਚ ਘੋੜੀਆਂ ਨਹੀਂ ਨਾ ਵੱਜਦੀਆਂ, ਐਵੇਂ ਮਰਦਾਂ ਦੇ ਵਿੱਚ ਬੀਬੀਆਂ ਨੂੰ ਨਹੀਂ ਬਾੜਦੇ ਨਿਹੰਗ ਸਿੰਘ। ਖਾਲਸਾ ਜਿਹੜਾ ਆ, ਖਾਲਸਾ ਜੰਮਣ ਮਰਨ ਤੋਂ ਰਹਿਤ ਦੀਆਂ ਗੱਲਾਂ ਆ, ਨਿਰਾਕਾਰੀ ਖੇਡ ਆ। ਸੋ ਖਾਲਸੇ ਨੂੰ ਕੋਈ ਲੋੜ ਨਹੀਂ ਹੈ ਭਾਈ ਆਨੰਦ ਕਾਰਜ ਕਰਾਉਣ ਦੀ ਜਾਂ ਬੱਚੇ ਜੰਮਣ ਦੀ, ਕਿਉਂਕਿ ਖਾਲਸਾ ਜੰਮਦਾ ਨਹੀਂ, ਨਾ ਖਾਲਸਾ ਮਰਦਾ ਆ। ਖਾਲਸਾ ਜੇ ਖਾਲਸਾ ਪ੍ਰਗਟ ਹੁੰਦਾ ਆ, ਫਿਰ ਕਿਸੇ ਨੂੰ ਕੀ ਫਿਕਰ ਆ ਬੱਚੇ ਜੰਮਣ ਦੀ ਜਾਂ ਇਹ ਕਰਨ ਦੀ ਜਾਂ ਉਹ ਕਰਨ ਦੀ। ਖਾਲਸਾ ਤਾਂ ਜੰਮਦਾ ਨਹੀਂ, ਖਾਲਸਾ ਪ੍ਰਗਟ ਹੁੰਦਾ ਹੈ।
ਇਹ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪੰਥ ਚਲਾਇਆ ਸੀ, ਇਹ ਬਿਅੰਗਮਾਂ ਦਾ ਪੰਥ ਚਲਾਇਆ ਸੀ ਮਹਾਰਾਜ ਨੇ। ਤੇ ਇਹਦੇ ਵਿੱਚ ਸਿਰਫ ਔਰ ਸਿਰਫ ਮਰਦਾਂ ਨੂੰ ਪਹੁਲ ਦਿੱਤੀ ਗਈ ਹੈ ਖੰਡੇ ਦੀ। ਬੀਬੀਆਂ ਦਾ ਤਾਂ ਧਰਮ ਦੇ ਵਿੱਚ ਰੋਲ ਹੀ ਕੋਈ ਨਹੀਂ ਹੈ, ਇਹ ਬਚਨ ਸੱਚਾ ਆ। ਬੀਬੀ ਦਾ ਧਰਮ ਦੇ ਵਿੱਚ ਰੋਲ ਕੋਈ ਨਹੀਂ ਹੈ। ਕਿਸੇ ਵੀ ਗ੍ਰੰਥ ਦੁਨਿਆਵੀ, ਕਿਸੇ ਵੀ ਦੁਨੀਆ ਦੇ ਉੱਤੇ ਅੱਜ ਤੱਕ ਵੇਦਾਂ ਦੀ ਗੱਲ ਕਰ ਲਓ, ਠੀਕ ਹੈ, ਕੁਰਾਨਾਂ ਪੁਰਾਨਾਂ ਦੀ ਗੱਲ ਕਰ ਲਓ, ਕਿਸੇ ਵੀ ਗੱਲ ਬੀਬੀ ਦਾ ਕੋਈ ਰੋਲ ਕੱਢ ਕੇ ਲੈ ਆਓ ਧਰਮ ਦੇ ਵਿੱਚ ਵੀ ਬੀਬੀ ਦਾ ਰੋਲ ਕੀ ਹੈ। ਠੀਕ ਹੈ ਜੀ ਗੁਰਮੁਖੋ। ਤੇ ਆਪਣਾ ਗੱਲਾਂ ਬਾਤਾਂ ਕਰਦੇ ਚਲੋ ਸਾਰੇ ਹੀ ਆ, ਪਰ ਆਪਾਂ ਗੱਲ ਕਰਨੀ ਆ ਬੁੱਢੇ ਦਲ ਦੀ ਮਰਿਆਦਾ ਦੀ। ਠੀਕ ਹੈ ਜੀ, ਬੁੱਢੇ ਦਲ ਦੀ ਮਰਿਆਦਾ ਦੇ ਵਿੱਚ ਆਪਾਂ ਹੁਣ ਸਭ ਤੋਂ ਪਹਿਲਾਂ ਜਿਹੜੀ ਖਾਲਸੇ ਪੰਥ ਦੇ ਵਿੱਚ ਜਿਹੜੀ ਬੀਬੀ ਆ, ਜਿਹੜੀ ਸਾਡੀ ਮਾਤਾ ਆ, ਸਭ ਤੋਂ ਪਹਿਲਾਂ ਜਿਹੜੀ ਹੈਗੀ ਬੀਬੀ ਮਾਈ ਆ, ਉਹ ਕੌਣ ਆ? ਜਿਹੜੀ ਮਾਤਾ ਕੌਣ ਆ? ਔਰਤ ਕੌਣ ਆ ਖਾਲਸੇ ਪੰਥ ਦੇ ਵਿੱਚ? ਸਭ ਤੋਂ ਪਹਿਲਾਂ ਖਾਲਸੇ ਦੀ ਮਾਤਾ, ਮਾਤਾ ਸਾਹਿਬ ਦੇਵਾ। ਸਭ ਤੋਂ ਪਹਿਲਾਂ ਮਾਤਾ ਸਾਡੀ ਕਿਹੜੀ ਹੈ? ਸਭ ਤੋਂ ਪਹਿਲਾਂ ਸਾਡੇ ਘਰ ਦੇ ਵਿੱਚ ਔਰਤ ਕਿਹੜੀ ਹੈ? ਠੀਕ ਹੈ ਜੀ, ਉਹ ਹੈਗੀ ਆ ਖਾਲਸੇ ਦੀ ਮਾਤਾ, ਮਾਤਾ ਸਾਹਿਬ ਦੇਵਾ। ਤੇ ਮਾਤਾ ਸਾਡੀ ਮਾਤਾ ਦਾ ਕੁਆਰਾ ਡੋਲਾ ਸੀ, ਜਿਹਦੀ ਝੋਲੀ ਦੇ ਵਿੱਚ ਖਾਲਸਾ ਪਾਇਆ ਗੁਰੂ ਕਲਗੀਧਰ ਮਹਾਰਾਜ ਨੇ। ਕੁਆਰਾ ਡੋਲਾ ਸੀ ਮਾਤਾ ਸਾਹਿਬ ਦੇਵਾ ਦਾ। ਤੇ ਮਾਤਾ ਸਾਹਿਬ ਦੇਵਾ ਨੂੰ ਅੰਮ੍ਰਿਤ ਨਹੀਂ ਛਕਾਇਆ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ, ਨਾ ਮਾਤਾ ਸਾਹਿਬ ਦੇਵਾ ਨੂੰ ਛਕਾਇਆ। ਉਦੋਂ ਬਾਅਦ ਠੀਕ ਹੈ, ਮਾਤਾ ਸਾਹਿਬ ਦੇਵਾ ਪਹਿਲੀ ਇਸ ਕਰਕੇ ਆ ਕਿਉਂਕਿ ਉਹ ਸਾਡੀ ਮਾਂ ਆ ਨਿਹੰਗ ਸਿੰਘਾਂ ਦੀ। ਤੇ ਦੂਜੀ ਸਾਡੀ ਮਾਈ ਬੀਬੀ ਜਿਹੜੀ ਹੈਗੀ ਆ ਸਾਡੇ ਘਰ ਦੇ ਵਿੱਚ, ਸਾਡੀ ਦਾਦੀ। ਠੀਕ ਆ, ਵੱਡੀ ਸਾਡੀ ਦਾਦੀ ਆ, ਪਰ ਸਾਡੀ ਮਾਂ ਆ ਜਿਹੜੀ, ਉਹਨੇ ਸਾਨੂੰ ਗੋਦ ਦੇ ਵਿੱਚ ਲਿਆ, ਇਸ ਕਰਕੇ ਸਾਡੀ ਮਾਂ ਵੱਡੀ ਆ। ਖਾਲਸੇ ਦੇ ਘਰ ਦੇ ਵਿੱਚ ਔਰਤ ਜੇ ਕੋਈ ਵੱਡੀ ਹੈ ਤੇ ਉਹ ਮਾਤਾ ਸਾਹਿਬ ਦੇਵਾ ਆ, ਆਦਿ ਸ਼ਕਤੀ, ਉਹ ਵੱਡੀ ਆ ਖਾਲਸੇ ਦੇ ਘਰ ਦੇ ਵਿੱਚ। ਤੇ ਮਾਤਾ ਸਾਹਿਬ ਦੇਵਾ ਨੇ ਖੰਡੇ ਦੀ ਪੌਲ ਨਹੀਂ ਲਈ, ਅੰਮ੍ਰਿਤ ਨਹੀਂ ਛਕਿਆ ਕੋਈ ਵੀ। ਮਾਤਾ ਨੇ ਇਸ ਤਰ੍ਹਾਂ ਹੀ ਆਪਣਾ ਜੀਵਨ ਰੱਖਿਆ, ਆਗਿਆਕਾਰ ਰਹੇ ਬਸ ਗੁਰੂ ਕਲਗੀਧਰ ਪਾਤਸ਼ਾਹ ਜੀ ਕੇ। ਉਹਨਾਂ ਨੇ ਖੰਡੇ ਦੀ ਪੌਲ ਨਾ ਲਈ, ਨਾ ਮਹਾਰਾਜ ਨੇ ਉਹਨਾਂ ਨੂੰ ਦਿੱਤੀ। ਤੇ ਤੀਜੇ ਨੰਬਰ ਦੇ ਉੱਤੇ ਸਾਡੇ ਘਰ ਦੇ ਵਿੱਚ, ਖਾਲਸੇ ਦੇ ਘਰ ਦੇ ਵਿੱਚ ਤੀਜੀ ਜਿਹੜੀ ਸਾਡੀ ਮਾਈ ਆ, ਉਹ ਮਾਈ ਭਾਗੋ ਆ। ਉਹਦਾ ਨਾਮ ਵੀ ਅਸੀਂ ਮਾਈ ਭਾਗੋ ਕਾਹਤੇ ਕਹਿੰਦੇ ਆ? ਮਾਈ ਭਾਗੋ ਕਾਹਤੇ ਉਹਦਾ ਨਾਮ ਲੈਂਦੇ ਆ? ਠੀਕ ਹੈ, ਅਸੀਂ ਉਹਨੂੰ ਕੌਰ ਵੀ ਨਹੀਂ ਕਹਿੰਦੇ, ਅਸੀਂ ਸਿੱਧਾ ਉਹਨੂੰ ਮਾਈ ਭਾਗੋ ਕਹਿੰਦੇ ਆ। ਉਹਨੇ ਵੀ ਨਹੀਂ ਅੰਮ੍ਰਿਤ ਛਕਿਆ, ਨਾ ਉਹਨੇ ਕਦੇ ਜਿੱਦ ਕੀਤੀ, ਨਾ ਮਾਤਾ ਸਾਹਿਬ ਦੇਵਾ ਨੇ ਕਦੇ ਇਹ ਬਚਨ ਕੀਤੇ ਸੀ ਵੀ ਮੈਨੂੰ ਅੰਮ੍ਰਿਤ ਛਕਾਓ, ਮੈਂ ਅੰਮ੍ਰਿਤ ਛਕਣਾ, ਜਾਂ ਮੈਂ ਮਰਦਾਂ ਦੀ ਬਰਾਬਰੀ ਕਰਨੀ ਹੈ। ਇਹ ਨਹੀਂ ਕੰਮ ਹੈ। ਖਾਲਸਾ ਜਿਹੜਾ ਆ ਉਹ ਇੱਕ ਮਰਦ ਦਾ ਪੰਥ ਆ, ਇੱਕ ਅਕਾਲ ਪੁਰਖ ਦਾ ਪੰਥ ਆ। ਇਹ ਮਰਦਾਂ ਦੀ ਫੌਜ ਆ, ਇਹਦੇ ਵਿੱਚ ਮਰਦਾਂ ਦਾ ਹੀ ਕਾਰਜ ਹੈ। ਇਹਦੇ ਵਿੱਚ ਮਰਦਾਂ ਦੀ ਫੌਜ ਅਕਾਲ ਪੁਰਖ ਨੇ ਤਿਆਰ ਕੀਤੀ ਹੈ। ਠੀਕ ਹੈ, ਧਰਮ ਦੇ ਵਿੱਚ ਬੀਬੀ ਦਾ ਰੋਲ ਕੋਈ ਕਿਉਂ ਨਹੀਂ ਹੈ? ਧਰਮ ਦੇ ਵਿੱਚ ਬੀਬੀ ਦਾ ਰੋਲ ਨਹੀਂ ਹੈਗਾ ਕੋਈ। ਕਿਉਂ ਧਰਮ ਦੇ ਵਿੱਚ ਬੀਬੀ ਦਾ ਰੋਲ ਨਹੀਂ ਹੈਗਾ ਕੋਈ? ਕਿਉਂ? ਕਿਉਂਕਿ ਜਿਹੜੀ ਬੀਬੀ ਹੈ, ਬੀਬੀ ਮਾਇਆ ਦਾ ਸਰੂਪ ਹੈ। ਹੁਣ ਆਪਾਂ ਸਿਰੇ ਦੇ ਉੱਤੇ ਪਹਿਲਾਂ ਪਹੁੰਚ ਜਾਈਏ। ਇੱਕ ਮਰਦ ਕੌਣ ਹੈ? ਆਪ ਅਕਾਲ ਪੁਰਖ। ਆਪ ਅਕਾਲ ਪੁਰਖ ਇੱਕ ਮਰਦ ਹੈ। ਉਹਦਾ ਜਿਹੜਾ ਫੁਰਨਾ ਪ੍ਰਗਟ ਹੁੰਦਾ ਹੈ, ਉਹ ਮਾਇਆ, ਉਹ ਫੁਰਨਾ ਪਰ ਮਾਇਆ ਆ। ਉਹਦੇ ਵਿੱਚੋਂ ਜਿਹੜੀ ਚੀਜ਼ ਨਿਕਲਦੀ ਹੈ, ਉਹ ਮਾਇਆ ਆ। ਇੱਕ ਆਪ ਅਕਾਲ ਪੁਰਖ ਹੈ, ਇੱਕ ਆਪ ਅਕਾਲ ਪੁਰਖ ਮਰਦ ਸਰੂਪ ਹੈ। ਜਿਹੜੀ ਮਾਇਆ ਉਹਦੇ ਵਿੱਚੋਂ ਨਿਕਲਦੀ ਹੈ, ਜਿਹਨੂੰ ਮਾਇਆ ਪ੍ਰਗਟ ਕਰਦਾ, ਉਹਨੂੰ ਬੀਬੀ ਦਾ ਸਰੂਪ ਦੇ ਦਿਓ। ਤੇ ਹੁਣ ਅਕਾਲ ਪੁਰਖ ਵੱਡਾ ਆ ਕਿ ਮਾਇਆ ਵੱਡੀ ਹੈ ਜਿਹੜੀ ਉਹਦੇ ਵਿੱਚੋਂ ਨਿਕਲਦੀ ਹੈ? ਪੈਦਾ ਕਰਨ ਵਾਲਾ ਵੱਡਾ ਹੈ ਨਾ, ਅਕਾਲ ਪੁਰਖ ਨੇ ਫੁਰਨਾ ਧਾਰਿਆ ਤਾਂ ਮਾਇਆ ਪ੍ਰਗਟ ਹੁੰਦੀ ਹੈ। ਇਸ ਕਰਕੇ ਮਰਦ ਵੱਡਾ ਹੈ, ਅਕਾਲ ਪੁਰਖ ਮਰਦ ਹੈ। ਇਹੀ ਖੇਡ ਫਿਰ ਇਹ ਸੰਸਾਰ ਦੇ ਵਿੱਚ ਚੱਲਦੀ ਹੈ।
ਜਿਹੜੇ ਨਿਹੰਗ ਸਿੰਘ ਆ, ਜਿਹੜਾ ਨਿਹੰਗ ਸਿੰਘਾਂ ਦਾ ਜਿਹੜਾ ਸਿਸਟਮ ਆ, ਨਿਹੰਗ ਸਿੰਘਾਂ ਦੀ ਜਿਹੜੀ ਸੋਚ ਆ, ਉਹ ਬੀਬੀ ਨੂੰ ਆਦਿ ਸ਼ਕਤੀ ਦਾ ਦਰਜਾ ਦਿੰਦੇ ਆ। ਨਿਹੰਗ ਸਿੰਘ ਕਿਸੇ ਵੀ ਬੀਬੀ ਦੇ ਦਰਸ਼ਨ ਕਰਦੇ ਆ, ਉਹ ਉਹਨੂੰ ਆਦਿ ਸ਼ਕਤੀ ਕਹਿੰਦੇ ਵੀ ਇਹ ਆਦਿ ਸ਼ਕਤੀ ਹੈ। ਆਦਿ ਸ਼ਕਤੀ ਦਾ ਭਾਵ ਕੀ ਹੈ? ਜਿਹੜੀ ਅਕਾਲ ਪੁਰਖ ਦੇ ਅੰਦਰੋਂ ਮਾਇਆ ਨਿਕਲੀ ਉਹ ਆਦਿ ਸ਼ਕਤੀ ਹੈ। ਜਿਹੜੀ ਅਕਾਲ ਪੁਰਖ ਦੇ ਅੰਦਰ ਜਿਹੜਾ ਫੁਰਨਾ ਪ੍ਰਗਟ ਹੋਇਆ, ਜਿਹੜੀ ਮਾਇਆ ਪ੍ਰਗਟ ਹੋਈ, ਉਹ ਮਾਇਆ ਆਦਿ ਸ਼ਕਤੀ ਹੈ। ਆਦਿ ਸ਼ਕਤੀ ਦਾ ਭਾਵ ਪਹਿਲੀ ਸ਼ਕਤੀ ਜਿਹੜੀ ਸੰਸਾਰ ਤੇ ਪ੍ਰਗਟ ਹੋਈ ਉਹ ਬੀਬੀ ਹੈ। ਪਰ ਮਰਦ ਕੌਣ ਹੈ? ਆਪ ਅਕਾਲ ਪੁਰਖ। ਇਹੀ ਸਿਸਟਮ ਜਿਹੜਾ ਉਹ ਇੱਥੇ ਕਲਯੁਗ ਦੇ ਵਿੱਚ ਮਹਾਰਾਜ ਜੀ ਨੇ ਵਰਤਾਇਆ, ਅਕਾਲ ਪੁਰਖ ਨੇ ਖਾਲਸੇ ਪੰਥ ਨੂੰ ਪ੍ਰਗਟ ਕੀਤਾ ਹੈ। ਤੇ ਇਹ ਵਿਹੰਗਮਾਂ ਦਾ ਪੰਥ ਪ੍ਰਗਟ ਕੀਤਾ ਮਹਾਰਾਜ ਨੇ। ਵਿਹੰਗਮ ਉਹ ਜਿਹੜੇ ਬੀਬੀਆਂ ਦਾ ਸੰਗ ਨਹੀਂ ਕਰਦੇ, ਵਿਹੰਗਮ ਉਹ ਜਿਹੜੇ ਆਨੰਦ ਕਾਰਜ ਨਹੀਂ ਕਰਾਉਂਦੇ। ਇਹ ਵਿਹੰਗਮਾਂ ਦਾ ਪੰਥ ਪ੍ਰਗਟ ਕੀਤਾ। ਤੇ ਬੀਬੀ ਦਾ ਧਰਮ ਦੇ ਵਿੱਚ ਰੋਲ ਇਸ ਕਰਕੇ ਨਹੀਂ ਕਿਉਂਕਿ ਬੀਬੀ ਆਪ ਮਾਇਆ ਦਾ ਸਰੂਪ ਆ। ਮਾਇਆ ਕੀ ਹੈ? ਮਾਇਆ ਜਨਮ ਦਿੰਦੀ ਹੈ ਸੰਸਾਰ ਨੂੰ। ਮਾਇਆ ਜਿਹੜੀ ਹੈ ਉਹ ਸੰਸਾਰ ਚਲਾਉਂਦੀ। ਉਹਦਾ ਸੰਸਾਰ ਵਾਸਤੇ ਅਕਾਲ ਪੁਰਖ ਨੇ ਖੇਡ ਰਚੀ ਹੈ। ਉਹਨੇ ਸੰਸਾਰ ਚਲਾਉਣਾ ਆ। ਪਰ ਧਰਮ ਕੀ ਆ ਪਿਆਰਿਓ? ਧਰਮ ਤਾਂ ਮਾਇਆ ਤੋਂ ਨਿਰਲੇਪ ਹੈ। ਧਰਮ ਨਿਆਰਾ ਆ ਮਾਇਆ ਤੋਂ। ਧਰਮ ਦੇ ਵਿੱਚ ਇੱਕ ਰੱਤੀ ਮਾਤਰ ਵੀ ਮਾਇਆ ਨਹੀਂ ਚਾਹੀਦੀ। ਮਾਇਆ ਦੇ ਵਾਸਤੇ ਜਗ੍ਹਾ ਹੀ ਕੋਈ ਨਹੀਂ ਧਰਮ ਦੇ ਵਿੱਚ। ਇਹ ਅਕਾਲ ਪੁਰਖ ਨੇ ਇੱਕ ਚੱਕਰਵਿਊਹ ਰਚਿਆ ਹੋਇਆ ਹੈ। ਬੀਬੀ ਨੂੰ ਜਦੋਂ ਨਿਹੰਗ ਸਿੰਘ ਜਿਹੜੇ ਆ ਬੀਬੀ ਦਾ ਐਡਾ ਸਤਿਕਾਰ ਕਰਦੇ ਆ। ਬੀਬੀ ਨੂੰ ਕੋਈ ਵੀ ਬੀਬੀ ਹੋਵੇ, ਆਮ ਤੋਂ ਆਮ ਇਸਤਰੀ ਵੀ ਹੋਵੇ, ਸਾਡੀ ਜਿਹੜੀ ਮਾਂ ਆ ਨਿਹੰਗ ਸਿੰਘਾਂ ਦੀ ਮਾਤਾ ਸਾਹਿਬ ਦੇਵਾ, ਉਹ ਆਦਿ ਸ਼ਕਤੀ ਜਗਤ ਮਾਤਾ ਸਾਹਿਬ ਦੇਵਾ ਆ। ਜਿਹੜੀ ਮਾਇਆ ਫੁਰਨਾ ਮਾਤਰ ਤੋਂ ਪ੍ਰਗਟ ਹੋਈ ਸੀ, ਅਕਾਲ ਪੁਰਖ ਦੇ ਫੁਰਨੇ ਤੋਂ ਜਿਹੜੀ ਪ੍ਰਗਟ ਹੋਈ ਸੀ, ਉਹ ਆਦਿ ਸ਼ਕਤੀ ਸੀ, ਜਗਤ ਨੂੰ ਰਚਣ ਵਾਲੀ ਸੀ ਉਹ। ਤੇ ਉਹੀ ਫਿਰ ਜਗਤ ਦੀ ਮਾਤਾ ਕਹਾਉਂਦੀ ਹੈ, ਜਿਹੜੀ ਜਗਤ ਨੂੰ, ਸੰਸਾਰ ਨੂੰ, ਸਾਰੇ ਨੂੰ ਪ੍ਰਗਟ ਕਰਦੀ ਹੈ, ਚਲਾਉਂਦੀ ਹੈ। ਮਾਇਆ ਜਿਹੜੀ ਹੈ, ਜਿਵੇਂ ਬੀਬੀਆਂ ਘਰ ਨੂੰ ਚਲਾਉਂਦੀਆਂ ਆ। ਘਰ ਕੀ ਹੈ? ਇੱਕ ਸੰਸਾਰ ਆ ਪੂਰਾ ਬੀਬੀ ਦੇ ਹੱਥ ਦੇ ਵਿੱਚ। ਮਰਦ ਇੰਤਜ਼ਾਮ ਕਰਦਾ ਹੈ, ਪਰ ਬੀਬੀ ਚਲਾਉਂਦੀ ਆ। ਬੀਬੀ ਕੰਟਰੋਲ ਕਰਦੀ। ਮਾਇਆ ਇਸ ਸੰਸਾਰ ਨੂੰ ਕੰਟਰੋਲ ਕਰਦੀ ਹੈ। ਤੇ ਅਕਾਲ ਪੁਰਖ ਨੇ ਬੀਬੀ ਨੂੰ ਨਵਾਜਿਆ ਇਸ ਤਰ੍ਹਾਂ ਆ। ਧਰਮ ਦੇ ਵਿੱਚ ਕੋਈ ਜਗ੍ਹਾ ਨਹੀਂ ਬੀਬੀ ਦੀ, ਪਰ ਬੀਬੀ ਦੀ ਬਹੁਤ ਤਕੜੀ ਕਲਾ ਆ। ਇਹ ਨਿਹੰਗ ਸਿੰਘਾਂ ਦੇ ਸਿਸਟਮ ਨਾਲ ਸਮਝਣਾ ਪਊਗਾ। ਬੀਬੀ ਜਨਮ ਦਿੰਦੀ ਹੈ, ਮਰਦ ਜਨਮ ਦੇ ਸਕਦਾ? ਬੀਬੀ ਜਨਮ ਦਿੰਦੀ ਹੈ। ਜੇ ਸਾਨੂੰ ਬੀਬੀ ਜਨਮ ਨਾ ਦੇਵੇ, ਸਾਡੀਆਂ ਮਾਵਾਂ ਸਾਨੂੰ ਜਨਮ ਨਾ ਦਿੰਦੀਆਂ, ਅਸੀਂ ਕਿਵੇਂ ਸਿੱਖਿਆ ਲੈਂਦੇ ਧਰਮ ਦੀ? ਬੀਬੀ ਜੀਵ ਨੂੰ ਪ੍ਰਗਟ ਕਰਦੀ ਹੈ, ਆਪਣੇ ਉਦਰ ਤੋਂ ਜਨਮ ਦਿੰਦੀ ਹੈ। ਬੀਬੀ ਦਾ ਤਾਂ ਮੁਕਾਬਲਾ ਹੀ ਕੋਈ ਨਹੀਂ ਹੈ। ਠੀਕ ਹੈ। ਬੀਬੀ ਆਪਣੇ ਉਦਰ ਤੋਂ ਜਨਮ ਦਿੰਦੀ ਹੈ। ਮਾਇਆ ਆ ਬੀਬੀ ਜੀਵ ਨੂੰ ਜਨਮ ਦਿੰਦੀ ਹੈ। ਜਿਹੜੀ ਮਾਇਆ ਆ ਉਹਨੇ ਸੰਸਾਰ ਨੂੰ ਜਨਮ ਦਿੱਤਾ। ਸੰਸਾਰ ਨੂੰ ਪ੍ਰਗਟ ਕੀਤਾ। ਹੁਣ ਸੰਸਾਰ ਨੂੰ ਚਲਾ ਰਹੀ ਹੈ। ਸੰਸਾਰ ਦਾ ਸਾਰਾ ਦੇਖ ਰੇਖ ਕਰ ਰਹੀ ਹੈ। ਸਾਰੇ ਸੰਸਾਰ ਦੀ ਜੋ ਕੁਛ ਵੀ ਹੋ ਰਿਹਾ ਮਾਇਆ ਦੇ ਵਿੱਚ, ਜੋ ਕੁਛ ਵੀ ਦਿਸ ਰਿਹਾ, ਜੋ ਕਿਛ ਦਿਸ਼ਟ ਅਗੋਚਰ ਆਵਤ, ਤਾ ਕੋ ਮਨ ਮਾਇਆ ਠਹਿਰਾਵਤ। ਜੋ ਕੁਛ ਵੀ ਦਿਸ ਰਿਹਾ ਇਹ ਮਾਇਆ ਆ। ਤੇ ਮਾਇਆ ਇਹ ਉਹੀ ਮਾਇਆ ਆ, ਆਦਿ ਸ਼ਕਤੀ ਜਗਤ ਮਾਤਾ, ਜਿਹਨੇ ਇਸ ਜਗਤ ਨੂੰ ਰਚਿਆ ਆ, ਜਗਤ ਦੀ ਖੇਡ ਨੂੰ ਚਲਾ ਰਹੀ ਹੈ ਜਿਹੜੀ। ਇਸ ਕਰਕੇ ਜਿਹੜਾ ਧਰਮ ਆ, ਧਰਮ ਦੇ ਵਿੱਚ ਬੀਬੀ ਦਾ ਕੋਈ ਰੋਲ ਨਹੀਂ, ਕਿਉਂਕਿ ਜਿਹੜਾ ਧਰਮ ਆ ਪਿਆਰਿਓ, ਧਰਮ ਮਾਇਆ ਤੋਂ ਰਹਿਤ ਆ। ਧਰਮ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਮਾਇਆ ਨਹੀਂ ਚੱਲ ਸਕਦੀ। ਧਰਮ ਮੁਕਤੀ ਦਾ ਮਾਰਗ ਆ। ਧਰਮ ਦੇ ਵਿੱਚ ਤਾਂ ਮੁਕਤੀ ਮਿਲਦੀ ਹੈ। ਬੀਬੀ ਜਨਮ ਦਿੰਦੀ ਆ। ਬੀਬੀ ਸਾਨੂੰ ਮਾਇਆ ਦੇ ਨਾਲ ਜੋੜਦੀ ਆ। ਸਾਡੀ ਮਾਂ ਨੇ ਸਾਨੂੰ ਜਨਮ ਦਿੱਤਾ ਸੀ, ਉਹਨੇ ਸਾਨੂੰ ਮਾਇਆ ਦੇ ਨਾਲ ਜੋੜਿਆ।
ਮਾਇਆ ਦੇ ਨਾਲ ਜੋੜਿਆ, ਕਿਉਂਕਿ ਉਹਦੇ ਅੰਦਰ ਐਸੀ ਸ਼ਕਤੀ ਅਕਾਲ ਪੁਰਖ ਨੇ ਉਹਦੇ ਤੇ ਪਾਈ, ਉਹਦੇ ਵਿੱਚ ਪਾਈ ਆ, ਉਹਦੇ ਸਰੀਰ ਦੇ ਵਿੱਚ ਉਹਨੂੰ ਐਸਾ ਵਰ ਦਿੱਤਾ ਹੈ, ਐਸੀ ਸੁਪਰ ਪਾਵਰ ਦਿੱਤੀ ਹੈ ਕਿ ਉਹ ਸਰੀਰ ਦੇਵੇਗੀ, ਸਾਨੂੰ ਜਨਮ ਦਿੰਦੀ ਹੈ। ਜਨਮ ਦੇ ਕੇ ਜਿਹੜੀ ਜੀਵ ਆਤਮਾ ਫਿਰ ਸਰੀਰ ਦੇ ਵਿੱਚ ਪ੍ਰਗਟ ਹੁੰਦੀ ਹੈ, ਤੇ ਫਿਰ ਹੀ ਆਪਾਂ ਕੁਝ ਸਿੱਖਣ ਯੋਗ ਬਣਦੇ ਹਾਂ। ਇਸ ਸਰੀਰ ਦੇ ਵਿੱਚ ਰਹਿ ਕੇ ਹੀ ਇਸ ਦੇਹੀ ਕੋ ਤਰਸੈ ਦੇਵ ਗੁਰਬਾਣੀ ਕਹਿੰਦੀ ਹੈ। ਤੇ ਇਹ ਦੇਹੀ ਦਿੰਦੀ ਕੌਣ ਆ? ਦਿੰਦੀ ਸਾਡੀ ਮਾਂ ਆ, ਔਰਤ ਦਿੰਦੀ ਆ ਸਾਨੂੰ ਇਹ ਦੇਹੀ। ਤੋ ਕਿੱਡਾ ਵੱਡਾ ਰੁਤਬਾ ਆ ਔਰਤ ਦਾ, ਕਿੱਡਾ ਵੱਡਾ ਔਰਤ ਦਾ ਰੁਤਬਾ ਆ ਇਸ ਸੰਸਾਰ ਦੇ ਉੱਤੇ। ਪਰ ਇਹ ਜਿਹੜੀ ਦੇਹੀ ਮਿਲੀ ਹੈ, ਇਹਦੇ ਵਿੱਚ ਜੀਵ ਆਤਮਾ ਪ੍ਰਵੇਸ਼ ਕਰਦੀ ਹੈ। ਫਿਰ ਇਸ ਦੇਹੀ ਦੇ ਵਿੱਚ ਰਹਿ ਕੇ ਜੀਵ ਆਤਮਾ ਦੇ ਨਾਲ ਅਸੀਂ ਆਤਮਾ ਦੇ ਲੈਵਲ ਦੇ ਉੱਤੇ ਧਰਮ ਦੇ ਮਾਰਗ ਦੇ ਉੱਤੇ ਚੱਲ ਕੇ ਗੁਣ ਲੈਣੇ ਆ ਤੇ ਮਾਇਆ ਤੋਂ ਨਿਰਲੇਪ ਹੋਣਾ ਹੈ। ਮਾਇਆ ਦੇ ਵਿੱਚ ਹੀ ਪ੍ਰਗਟ ਹੋ ਕੇ, ਮਾਇਆ ਤੋਂ ਨਿਰਲੇਪ ਹੋ ਕੇ ਅਕਾਲ ਪੁਰਖ ਦੇ ਕੋਲ ਜਾਣਾ। ਇਹੀ ਖੇਡ ਆ ਸੰਸਾਰ ਦੀ। ਇਸ ਕਰਕੇ ਫਿਰ ਇੱਕ ਵਾਰੀ ਵਚਨ ਦੁਹਰਾ ਦਈਏ ਬਈ ਅਕਾਲ ਪੁਰਖ ਨੇ ਐਸੀ ਕਲਾ ਖੇਡੀ, ਐਸੀ ਕਲਾ ਰਚਾਈ ਸੰਸਾਰ ਦੀ। ਮਾਇਆ ਆਪਣੇ ਅੰਦਰ ਤੋਂ ਪ੍ਰਗਟ ਕਰਕੇ ਮਾਇਆ ਨੂੰ, ਜਿਸ ਤਰ੍ਹਾਂ ਇਹ ਹਿੰਦੂ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਵੀ ਨਾਰਾਇਣ ਜਿਹੜਾ ਆ, ਠੀਕ ਹੈ, ਉਹ ਭਗਵਾਨ ਹੈ, ਤੇ ਜਿਹੜੀ ਸਾਰੇ ਸੰਸਾਰ ਦੀ ਲక్ష్ਮੀ ਆ ਉਹ ਉਹਦੀ ਧਰਮ ਪਤਨੀ ਆ। ਠੀਕ ਆ, ਨਾਰਾਇਣ ਦੀ ਲక్ష్ਮੀ ਧਰਮ ਪਤਨੀ ਆ। ਅਸੀਂ ਇਹ ਗੱਲਾਂ ਦੇ ਵਿੱਚ ਨਾ ਜਾਈਏ। ਅਸੀਂ ਕਿਹੜੀ ਗੱਲ 'ਚ ਜਾਂਦੇ ਆ? ਅਕਾਲ ਪੁਰਖ ਜਿਹੜਾ ਹੈ ਉਹ ਸਾਡਾ ਪਿਤਾ ਆ, ਤੇ ਜਿਹੜੀ ਸਾਰੇ ਜਗਤ ਦੀ ਮਾਇਆ ਆ ਉਹ ਸਾਡੀ ਮਾਂ ਆ। ਪੈਦਾ ਤਾਂ ਮਾਇਆ ਜਿਹੜੀ ਹੈ ਉਹ ਅਕਾਲ ਪੁਰਖ ਦੇ ਫੁਰਨੇ ਤੋਂ ਹੀ ਹੋਈ ਹੈ। ਸੋ ਇਸ ਕਰਕੇ ਸਾਰੀ ਖੇਡ ਉੱਥੇ ਪਹੁੰਚ ਜਾਂਦੀ ਹੈ, ਅਕਾਲ ਪੁਰਖ ਦੇ ਵਿੱਚ ਸਾਰੀ ਖੇਡ ਪਹੁੰਚ ਜਾਂਦੀ ਹੈ। ਜਦੋਂ ਮਾਇਆ ਪ੍ਰਗਟ ਕੀਤੀ ਤੇ ਮਾਇਆ ਬੀਬੀ ਸਰੂਪ ਆ, ਅਕਾਲ ਪੁਰਖ ਆਪ ਮਰਦ ਸਰੂਪ ਆ। ਇਹ ਖੇਡ ਬੀਬੀ ਜਿਹੜੀ ਹੈ ਉਹ ਸੰਸਾਰ ਨੂੰ ਪ੍ਰਗਟ ਕਰਦੀ ਹੈ। ਮਾਇਆ ਨੇ ਸੰਸਾਰ ਨੂੰ ਪ੍ਰਗਟ ਕੀਤਾ ਤੇ ਅਕਾਲ ਪੁਰਖ ਨੇ ਇੱਕ ਸੱਚਾ ਧਰਮ ਚਲਾਇਆ ਜਿਹੜਾ ਮੁਕਤੀ ਦਿੰਦਾ ਹੈ। ਬੀਬੀ ਸਰੀਰ ਨੂੰ ਪ੍ਰਗਟ ਕਰਦੀ ਹੈ, ਅਕਾਲ ਪੁਰਖ ਦਾ ਜੀਵ ਉਸ ਸਰੀਰ ਦੇ ਵਿੱਚ ਪ੍ਰਗਟ ਹੁੰਦਾ ਹੈ। ਉਹਦੀ ਜੋਤ ਇੱਕ ਸਰੀਰ ਦੇ ਵਿੱਚ ਪ੍ਰਗਟ ਹੁੰਦੀ ਹੈ, ਫਿਰ ਜੋਤ ਵਿਚਰਦੀ ਹੈ, ਸਰੀਰ ਧਰਮ ਦਾ ਗਿਆਨ ਲੈਂਦਾ ਹੈ। ਸਰੀਰ ਧਰਮ ਦਾ ਗਿਆਨ ਲੈ ਕੇ ਅਕਾਲ ਪੁਰਖ ਦੇ ਗੁਣ ਲੈ ਕੇ ਮਾਇਆ ਤੋਂ ਨਿਰਲੇਪ, ਮਾਇਆ ਦਾ ਹੀ ਸਰੀਰ ਧਾਰਨ ਕਰਕੇ ਮਾਇਆ ਤੋਂ ਹੀ ਖਹਿੜਾ ਛਡਾਉਂਦਾ ਹੈ। ਮਾਇਆ ਨੂੰ ਸਮਝਦਾ, ਖੇਡ ਨੂੰ ਸਮਝਦਾ ਵੀ ਖੇਡ ਕੀ ਚੱਲਦੀ ਸੰਸਾਰ ਤੇ, ਖੇਡ ਹੈ ਕੀ ਹੈ ਅਸਲ 'ਚ, ਮਾਇਆ ਕੀ ਹੈ, ਮਨ ਕੀ ਹੈ, ਚਿੱਤ ਕੀ ਹੈ। ਇਹ ਨਿਰਾਕਾਰੀ ਖੇਡ, ਜਿੱਥੇ ਨਿਰਾਕਾਰੀ ਚਲੇਗੀ ਉੱਥੇ ਮਾਇਆ ਦਾ ਕੋਈ ਪਸਾਰਾ ਨਹੀਂ ਹੈ, ਮਾਇਆ ਦਾ ਕੋਈ ਰੋਲ ਨਹੀਂ ਉੱਥੇ। ਇਸ ਕਰਕੇ ਖਾਲਸੇ ਪੰਥ ਦੇ ਵਿੱਚ ਬੀਬੀਆਂ ਦਾ ਕੋਈ ਰੋਲ ਨਹੀਂ ਭਾਈ। ਇਸੇ ਕਰਕੇ ਬੀਬੀਆਂ ਨੂੰ ਖੰਡੇ ਦੀ ਪੌਲ ਨਹੀਂ ਦਿੱਤੀ ਗਈ। ਹੋਰ ਲਿੰਗ ਪਲਿੰਗ ਨਹੀਂ, ਠੀਕ ਹੈ। ਸਗਲੀ ਨਾਰ ਸਬਾਈ ਵਾਲਾ ਖੇਡ ਹੈ। ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਬਚਨ ਆਉਂਦਾ ਵੀ ਅਕਾਲ ਪੁਰਖ ਹੀ ਮਰਦ ਹੈ ਸਰੂਪ, ਉਹ ਬਾਕੀ ਸਭ ਨਾਰਾਂ ਹੀ ਨੇ ਉਹਦੀਆਂ। ਸਗਲੀ ਨਾਰ ਸਬਾਈ, ਸਾਰਾ ਸੰਸਾਰ ਇੱਕੋ ਹੀ ਜੋਤ ਹੈ। ਬੀਬੀ ਦੇ ਵਿੱਚ ਵੀ ਉਹੀ ਆਤਮਾ ਆ ਤੇ ਇਹਦੇ ਵਿੱਚ ਵੀ ਉਹੀ ਆਤਮਾ ਆ, ਪਰ ਇੱਕ ਖੇਡ ਰਚੀ ਹੋਈ ਹੈ ਅਕਾਲ ਪੁਰਖ ਨੇ। ਬੀਬੀ ਜਿਹੜੀ ਹੈ, ਬੀਬੀ ਦਾ ਮਨ ਇਤਨਾ ਚੰਚਲ ਆ ਵੀ ਉਹ ਕਦੇ ਵੀ ਬਰਾਗ ਨੂੰ ਧਾਰਨ ਨਹੀਂ ਕਰ ਸਕਦੀ, ਕਦੇ ਵੀ ਆਪਣੇ ਮਨ ਦੀਆਂ ਚੰਚਲਤਾਈਆਂ ਨਹੀਂ ਤਿਆਗ ਸਕਦੀ। ਤੇ ਜਿਹੜੇ ਮਹਾਰਾਜ ਨੇ 10ਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਰਿੱਤਰ ਲਿਖੇ ਆ, ਉਹ ਕਿਉਂ ਲਿਖਣੇ ਪੈ ਗਏ ਚਰਿੱਤਰ ਮਹਾਰਾਜ ਨੂੰ? ਉਹ ਚਰਿੱਤਰ ਕੋਈ ਬੁਰਾਈ ਥੋੜੋ ਕੀਤੀ ਮਹਾਰਾਜ ਨੇ ਔਰਤਾਂ ਦੀ। ਮਹਾਰਾਜ ਨੇ ਤਾਂ ਔਰਤਾਂ ਦੀ ਚੰਚਲਤਾਈਆਂ ਲਿਖੀਆਂ ਆ ਵੀ ਜਿਹੜੀ ਔਰਤ ਆ ਉਹ ਇਦਾਂ ਦੀਆਂ ਚੰਚਲਤਾਈਆਂ ਵੀ ਕਰ ਸਕਦੀ ਹੈ। ਜੇ ਚੰਚਲਤਾਈਆਂ ਕਰਨ ਤੇ ਆ ਗਈ ਤਾਂ ਬੇੜਾ ਗਰਕ ਕਰ ਦੇਣਾ ਇਸ ਨੇ। ਹੁਣ ਕੱਲ ਸਿੰਘਾਂ ਨੇ ਗਾਲਾਂ ਤਾਂ ਬਥੇਰਿਆਂ ਨੇ ਕੱਢੀਆਂ। ਕੱਲ ਜਿਹੜੀ ਸਟੋਰੀ ਦੇ ਵਿੱਚ ਆਪਾਂ ਉਹ ਬੀਬੀ ਦਾ ਪਾਇਆ ਆ, ਜਿਹੜਾ ਉਹ ਨੱਚਦੀ ਆ ਜਾਂ ਕੀ ਕਰਦੀ ਆ ਉਹ ਬੀਬੀ, ਸਿੰਘੋ ਤੁਸੀਂ ਆਪ ਸਿਆਣੇ ਆ, ਗਾਲਾਂ ਕੱਢਣ ਲੱਗੇ ਤਾਂ ਤੁਸੀਂ ਮਿੰਟ ਨਹੀਂ ਲਾਉਂਦੇ।
ਤੇ ਤੁਸੀਂ ਉਹ ਦੇਖਿਆ ਨਹੀਂ ਫਿਰ ਉਹ ਬੀਬੀ ਕੀ ਕਰਦੀ ਆ, ਆਪਦਾ ਸਰੀਰ ਦਿਖਾਉਂਦੀ ਹੈ। ਲਓ ਦੱਸੋ ਹੁਣ, ਜਿੱਥੇ ਉਹ ਆਪਣਾ ਸਰੀਰ ਦੀ ਪ੍ਰਦਰਸ਼ਨੀ ਕਰ ਰਹੀ ਹੈ, ਹੁਣ ਉਸ ਸਰੀਰ ਦੇ ਵਿੱਚੋਂ ਤੁਸੀਂ ਕੀ ਬ੍ਰਹਮ ਗਿਆਨ ਕੱਢੋਗੇ? ਉਹ ਸ਼ਰੇਆਮ ਉਹ ਆਪਣੇ ਸਰੀਰ ਵੱਲ ਇਸ਼ਾਰੇ ਕਰ ਰਹੀ ਹੈ ਵੀ ਮੇਰਾ ਸਰੀਰ ਐਸਾ ਤਾਂ ਮੇਰਾ ਸਰੀਰ ਐਸਾ। ਹੁਣ ਉਸ ਸਰੀਰ ਦੇ ਵਿੱਚ ਤੁਸੀਂ ਕਿਹੜੀ ਗੱਲ ਹੈ, ਉਸ ਸਰੀਰ ਦੇ ਵਿੱਚੋਂ ਤਾਂ ਫਿਰ ਕਾਮ ਹੀ ਉਤਪੰਨ ਹੋਊਗਾ। ਇਹ ਬੀਬੀ ਦੀਆਂ ਇਹ ਚੰਚਲਤਾਈਆਂ ਕਰਕੇ ਬੀਬੀ ਦਾ ਧਰਮ ਦੇ ਵਿੱਚ ਕੋਈ ਰੋਲ ਨਹੀਂ। ਧਰਮ ਤੋਂ ਬਾਹਰ ਸਾਰਾ ਸੰਸਾਰ ਗੁਰਮੁਖੋ ਬੀਬੀ ਦਾ ਆ। ਨਿਹੰਗ ਸਿੰਘ ਬੀਬੀ ਨੂੰ ਦੇਖ ਕੇ ਹੱਥ ਜੋੜ ਦਿੰਦੇ ਆ ਤੇ ਨਮਸਕਾਰ ਕਰਦੇ ਆ ਕਿ ਬੀਬੀ ਸਾਡੀ ਮਾਂ ਆ, ਇਹੀ ਆਦ ਸ਼ਕਤੀ ਆ, ਜਗਤ ਨੂੰ ਰਚਣ ਵਾਲੀ ਹੈ, ਇਹੀ ਮਾਇਆ ਆ। ਨਿਹੰਗ ਸਿੰਘ ਕਹਿੰਦੇ ਵੀ ਇਹ ਸਾਡੀ ਮਾਤਾ ਸਾਹਿਬ ਦੇਵਾ ਆ। ਨਿਹੰਗ ਸਿੰਘ ਕਿਸੇ ਕੁਆਰੀ ਲੜਕੀ ਨੂੰ ਵੀ ਦੇਖਦੇ ਆ ਤੇ ਉਹਨੂੰ ਵੀ ਨਮਸਕਾਰ ਕਰਦੇ ਆ ਕਿ ਸਾਡੀ ਮਾਂ ਦਾ ਵੀ ਕੁਆਰਾ ਡੋਲਾ ਹੋਇਆ। ਠੀਕ ਆ, ਕਿਉਂ ਨਿਹੰਗ ਸਿੰਘ ਜਿਹੜੇ ਸਰੀਰ ਦੇ ਵਿੱਚ ਮਾਇਆ ਦੇ ਵਿੱਚ ਨਿਹੰਗ ਸਿੰਘ ਪ੍ਰਗਟ ਹੁੰਦੇ ਆ, ਇਹ ਮੱਤ ਲੈਂਦੇ ਆ ਨਿਰਾਕਾਰੀ ਖਾਲਸੇ ਵਾਲੀ। ਖਾਲਸਾ ਨਾ ਜੰਮਦਾ ਆ ਨਾ ਮਰਦਾ ਆ। ਖਾਲਸੇ ਦਾ ਜਿਹੜਾ ਪੰਥ ਚੱਲ ਰਿਹਾ ਆ ਉਹ ਵੀ ਵਿਹੰਗਮਾਂ ਦਾ ਪੰਥ ਹੈ। ਨਿਹੰਗ ਸਿੰਘਾਂ ਦਾ ਜਿਹੜਾ ਪੰਥ ਹੈ ਉਹ ਵਿਹੰਗਮਾਂ ਦਾ ਪੰਥ ਹੈ। ਖਾਲਸਾ ਤਾਂ ਸਾਰੇ ਜਗਤ ਨੇ ਹੀ ਖਾਲਸਾ ਬਣਨਾ। 4 ਵਰਨ ਮਹਾਰਾਜ ਨੇ ਇੱਕ ਕਰ ਦੇਣੇ ਆ। ਮੁਸਲਮਾਨ ਵੀ ਇੱਥੇ ਹੀ ਆਉਣਗੇ, ਖਾਲਸੇ ਸਜਣਗੇ ਮੁਸਲਮਾਨ ਵੀ। ਹਿੰਦੂ ਬਾਹਮਣ ਬੁੱਤ ਪੂਜ ਵੀ ਖਾਲਸੇ ਬਣਨਗੇ ਇੱਕ ਦਿਨ। ਈਸਾਈਆਂ ਨੂੰ ਵੀ ਆਪਣਾ ਛੱਡ ਕੇ ਇੱਕ ਦਿਨ ਖਾਲਸੇ ਬਣਨਾ ਪਵੇਗਾ। ਬਣਾਉਣੇ ਮਹਾਰਾਜ ਨੇ ਸਾਰੇ ਹੀ ਮੋੜ ਕੇ ਲੈ ਕੇ ਆਉਣੇ ਆ। ਧਰਮ ਦੇ ਵਿੱਚ ਬੀਬੀ ਦੀ ਕੋਈ ਜਗ੍ਹਾ ਨਹੀਂ ਹੈ। ਕੋਈ ਲੋੜ ਨਹੀਂ ਬੀਬੀ ਨੂੰ ਅੰਮ੍ਰਿਤ ਛਕਣ ਦੀ ਜਾਂ ਬੀਬੀ ਨੂੰ ਕੁਛ ਵੀ ਕਰਨ ਦੀ, ਕਿਉਂਕਿ ਜੇ ਬੀਬੀ ਧਰਮ ਦੇ ਵਿੱਚ ਆ ਗਈ ਤਾਂ ਬੀਬੀ ਨੂੰ ਸਾਰੀ ਚੰਚਲਤਾ ਹੀ ਛੱਡਣੀ ਪਵੇਗੀ, ਸਾਰੀ ਖੇਡ ਹੀ ਖਰਾਬ ਹੋ ਜਾਣੀ ਹੈ। ਤੁਸੀਂ ਅਕਾਲ ਪੁਰਖ ਦਾ ਹੁਕਮ ਕਾਹਤੇ ਮੋੜ ਰਹੇ ਹੋ? ਉਹਦੀ ਖੇਡ ਨੂੰ ਕਿਉਂ ਖਰਾਬ ਕਰ ਰਹੇ ਹੋ? ਅਕਾਲ ਪੁਰਖ ਨੇ ਬੀਬੀ ਨੂੰ ਪ੍ਰਗਟ ਕੀਤਾ, ਬੀਬੀ ਨੇ ਸੰਸਾਰ ਕੋਈ ਨਹੀਂ ਚਲਾਉਣਾ। ਸੰਸਾਰ ਕੌਣ ਚਲਾਵੇਗਾ ਗੁਰਮੁਖੋ? ਜਿਹੜਾ ਮਰਦ ਹੈ, ਮਰਦ ਬਰਾਗ ਨੂੰ ਧਾਰਨ ਕਰਕੇ ਧਰਮ 'ਚ ਚਲਿਆ ਜਾਵੇਗਾ। ਸੰਸਾਰ ਨੂੰ ਕੌਣ ਚਲਾਵੇਗਾ ਭਾਈ? ਸੰਸਾਰ ਨੂੰ ਪ੍ਰਗਟ ਕੌਣ ਕਰੇਗਾ? ਇਹਦੀ ਦੇਖ ਰੇਖ ਕੌਣ ਕਰੇਗਾ? ਮਾਇਆ ਕਰੇਗੀ, ਬੀਬੀ ਕਰੇਗੀ। ਜਿਵੇਂ ਬੀਬੀ ਇੱਕ ਘਰ ਦੀ ਦੇਖ ਰੇਖ ਕਰਦੀ ਹੈ, ਇਹ ਸਾਰਾ ਸੰਸਾਰ ਇੱਕ ਘਰ ਆ, ਮਾਇਆ ਦਾ ਘਰ ਆ ਇਹ ਸਾਰਾ ਸੰਸਾਰ। ਸੋ ਇਹਦੀ ਦੇਖ ਰੇਖ ਬੀਬੀ ਕਰ ਰਹੀ ਹੈ, ਮਾਇਆ ਕਰ ਰਹੀ ਹੈ। ਉਹੀ ਔਰਤ ਸਰੂਪ ਆ। ਏਦੋਂ ਪਰੇ ਹੁਣ ਬੀਬੀ ਨੂੰ ਕੀ ਮਾਣ ਚਾਹੀਦਾ ਹੈ? ਜਦੋਂ ਉਹਨੂੰ ਉਹਨੂੰ ਰੁਤਬਾ ਮਿਲ ਗਿਆ, ਉਹਨੂੰ ਇਹ ਸ਼ਕਤੀ ਮਿਲ ਗਈ ਹੈ ਕਿ ਉਹ ਸੰਸਾਰ ਨੂੰ ਉਤਪੱਤੀ ਕਰਦੀ ਹੈ, ਸੰਸਾਰ ਨੂੰ ਪ੍ਰਗਟ ਕਰਦੀ ਹੈ। ਇੱਕ ਮਰਦ ਨੂੰ ਜਨਮ ਲੈਣ ਵਾਸਤੇ ਜੇ ਕਿਸੇ ਨੇ ਮੁਕਤੀ ਲੈਣੀ ਹੈ, ਕਿਸੇ ਨੇ ਵੀ ਮੁਕਤੀ ਲੈਣੀ ਹੈ ਇਸ ਸੰਸਾਰ ਦੇ ਉੱਤੇ, ਪਹਿਲਾਂ ਉਹਨੂੰ ਮਾਇਆ ਦਾ ਸਰੀਰ ਬਣਾਉਣਾ ਪਵੇਗਾ, ਮਾਇਆ ਦਾ ਸਰੀਰ ਲੈਣਾ ਪਵੇਗਾ। ਮਾਇਆ ਦੇ ਸਰੀਰ ਦੇ ਵਿੱਚ ਬ੍ਰਹਮ ਜੋਤ ਪ੍ਰਗਟ ਹੋਵੇਗੀ। ਜਿਹੜੀ ਜੋਤ ਆ, ਬ੍ਰਹਮ ਦੀ ਜੋਤ ਜਿਹੜੀ ਆ, ਉਹ ਪ੍ਰਗਟ ਹੋ ਕੇ ਉਸ ਸਰੀਰ ਦੇ ਵਿੱਚ ਫਿਰ ਉਹ ਧਰਮ ਦੇ ਵਿੱਚ ਪ੍ਰਵੇਸ਼ ਹੋ ਕੇ, ਮਾਇਆ ਤੋਂ ਨਿਰਲੇਪ ਹੋ ਕੇ ਧਰਮ 'ਚ ਪ੍ਰਵੇਸ਼ ਹੋ ਕੇ ਮੁਕਤੀ ਦੇ ਮਾਰਗ ਤੇ ਚੱਲੇਗੀ। ਜੇ ਬੀਬੀ ਸਾਰਾ ਕੁਝ ਛਡਾ ਕੇ ਬੀਬੀ ਬਰਾਗ ਨੂੰ ਧਾਰਨ ਕਰਕੇ ਆ ਗਈ ਧਰਮ ਦੇ ਮਾਰਗ ਤੇ, ਫਿਰ ਸੰਸਾਰ ਕਿੱਥੇ ਜਾਵੇਗਾ? ਫਿਰ ਤਾਂ ਪਰਮੇਸ਼ਵਰ ਨੇ ਤਾਂ ਸੰਸਾਰ ਜਿਹੜਾ ਰਚਿਆ ਆ ਉਹ ਇੱਕ ਖੇਡ ਤਮਾਸ਼ਾ ਰਚਿਆ ਆ, ਤੇ ਤੁਸੀਂ ਬੀਬੀ ਨੂੰ ਧਰਮ ਦੇ ਵਿੱਚ ਬਾੜ ਕੇ ਪਰਮੇਸ਼ਵਰ ਦਾ ਰਚਾਇਆ ਹੋਇਆ ਜਿਹੜਾ ਤਮਾਸ਼ਾ ਉਹਨੂੰ ਖਰਾਬ ਕਰਨਾ ਚਾਹੁੰਦੇ ਆ, ਉਹਨੂੰ ਖਤਮ ਕਰਨਾ ਚਾਹੁੰਦੇ ਆ। ਜਵਾਬ ਦਿਓ ਨਾ, ਇਸ ਗੱਲ ਦਾ ਜਵਾਬ ਦੇਣਾ ਪਵੇਗਾ। ਜਿਹੜੇ ਬੀਬੀ ਨੂੰ ਵੀ ਖੰਡੇ ਦਾ ਅੰਮ੍ਰਿਤ ਛਕਾਈ ਤੁਰੇ ਆਉਂਦੇ ਆ, ਬੀਬੀ ਨੂੰ ਵੀ ਧੱਕੇ ਨਾਲ ਧਰਮ ਦੇ ਵਿੱਚ ਬਾੜੀ ਜਾਂਦੇ ਆ, ਫਿਰ ਮਾਇਆ ਇਹ ਤਾਂ ਉਹ ਖੇਡ ਹੋ ਗਈ ਨਾ। ਪਰਮੇਸ਼ਵਰ ਨੇ ਤਾਂ ਫੁਰਨਾ ਧਾਰਨ ਕੀਤਾ, ਮਾਇਆ ਨੂੰ ਆਪਣੇ ਤੋਂ ਬਾਹਰ ਕੱਢਿਆ, ਮਾਇਆ ਪ੍ਰਗਟ ਕੀਤੀ ਹੈ। ਤੇ ਜਿਹੜੇ ਖੰਡੇ ਦਾ ਅੰਮ੍ਰਿਤ ਛਕਾ ਕੇ ਬੀਬੀ ਨੂੰ ਧਰਮ ਦੇ ਵਿੱਚ ਲਿਆਉਂਦੇ ਆ, ਉਹ ਇਹਦਾ ਮਤਲਬ ਇਹ ਆ ਵੀ ਉਹ ਮਾਇਆ ਨੂੰ ਤੇ ਧਰਮ ਨੂੰ, ਮਾਇਆ ਸੰਸਾਰ ਨੂੰ ਤੇ ਨਿਰੰਕਾਰ ਨੂੰ ਇੱਕ ਕਰਕੇ ਖਤਮ ਹੀ ਕਰ ਦੇਣਾ ਚਾਹੁੰਦੇ ਆ ਸਾਰੀ ਖੇਡ ਨੂੰ। ਮਾਇਆ ਨੂੰ ਤੇ ਧਰਮ ਨੂੰ ਇੱਕ ਕਰ ਦੇਣਾ ਚਾਹੁੰਦੇ ਆ ਉਹ ਲੋਕ ਜਿਹੜੇ ਬੀਬੀ ਨੂੰ ਵੀ ਧਰਮ ਦੇ ਵਿੱਚ ਬਾੜੀ ਆਉਂਦੇ ਆ। ਕਿਉਂ ਭਾਈ? ਅਕਾਲ ਪੁਰਖ ਨੇ ਕੀ ਇਹ ਅਕਾਲ ਪੁਰਖ ਦੀ ਗਲਤੀ ਆ ਵੀ ਅਕਾਲ ਪੁਰਖ ਨੇ ਮਾਇਆ ਪ੍ਰਗਟ ਕੀਤੀ, ਸੰਸਾਰ ਦੀ ਰਚਨਾ ਕੀਤੀ? ਉਹਨੇ ਤਾਂ ਇੱਕ ਖੇਡ ਤਮਾਸ਼ਾ ਰਚਿਆ।
ਤੁਸੀਂ ਇਸ ਖੇਡ ਤਮਾਸ਼ੇ ਦੇ ਵਿੱਚ ਵਿਘਨਕਾਰੀ ਕਿਉਂ ਬਣ ਰਹੇ ਆ? ਇਹ ਜਿਹੜਾ ਖੇਡ ਤਮਾਸ਼ਾ ਚੱਲ ਰਿਹਾ ਸੰਸਾਰ ਦਾ, ਇਹ ਬਹੁਤ ਵਿਵੇਕ ਬੁੱਧੀ ਦੇ ਨਾਲ ਗੁਰਮੁਖੋ ਵਿਚਾਰਨਾ ਪਵੇਗਾ। ਬੀਬੀ ਨੂੰ ਕੋਈ ਲੋੜ ਨਹੀਂ ਹੈ ਖੰਡੇ ਦੀ ਪਹੁਲ ਲੈਣ ਦੀ ਜਾਂ ਬੀਬੀ ਨੂੰ ਧਰਮ ਦੇ ਵਿੱਚ ਆਉਣ ਦੀ, ਕਿਉਂਕਿ ਬੀਬੀ ਦਾ ਧਰਮ ਇਹ ਆ, ਬੀਬੀ ਦਾ ਧਰਮ ਇਮਾਨਦਾਰੀ ਇਹ ਹੈ ਕਿ ਉਹ ਆਪਣਾ ਸੰਸਾਰ ਦਾ ਦੇਖੇ। ਮਾਇਆ ਜਿਹੜੀ ਮਾਇਆ ਅਕਾਲ ਪੁਰਖ ਨੇ ਕਿਉਂ ਪ੍ਰਗਟ ਕੀਤੀ? ਮਾਇਆ ਨਿਕਲੀ ਤਾਂ ਉਹਦੇ ਅੰਦਰੋਂ ਆ, ਫੁਰਨੇ ਮਾਤਰ ਤੋਂ। ਤੇ ਹੁਣ ਮਾਇਆ ਆਪਣੇ ਸੰਸਾਰ ਦਾ ਕਾਰਜ ਵਿਹਾਰ ਛੱਡ ਕੇ ਧਰਮ ਵਾਲੇ ਪਾਸੇ ਹੋ ਜਾਵੇ, ਇਹ ਕਿਵੇਂ ਹੋ ਸਕਦਾ ਹੈ? ਅਕਾਲ ਪੁਰਖ ਨੇ ਫੁਰਨਾ ਕਿਉਂ ਧਾਰਨ ਕੀਤਾ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ, 10ਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਰਬਲੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਬਚਨ ਕਰ ਰਹੇ ਆ। ਸਰਬਲੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਪਜੀ ਸਾਹਿਬ ਦੇ ਵਿੱਚ ਇਹ ਗੱਲ ਲਿਖੀ ਹੋਈ, ਆਦ ਭਵਾਨੀ ਈਸ਼ਵਰੀ ਮਾਇਆ ਜਾ ਕੋ ਨਾਮ। ਜਿਹੜੀ ਆਦ ਸ਼ਕਤੀ, ਜਿਹੜੀ ਸਭ ਤੋਂ ਪਹਿਲਾਂ ਅਕਾਲ ਪੁਰਖ ਦੇ ਅੰਦਰੋਂ ਜਿਹੜੀ ਉਹਦੀ ਜੋਤ ਚੋਂ ਜਿਹੜੀ ਚੀਜ਼ ਪ੍ਰਗਟ ਹੋਈ ਹੈ ਉਹ ਮਾਇਆ ਸੀ। ਪਰ ਉਹ ਮਾਇਆ ਪ੍ਰਗਟ ਕਿਉਂ ਕੀਤੀ ਹੈ ਅਕਾਲ ਪੁਰਖ ਨੇ? ਇਹ ਸੰਸਾਰ ਦਾ ਖੇਡ ਤਮਾਸ਼ਾ ਰਚਣ ਵਾਸਤੇ। ਤੇ ਉਹੀ ਮਾਇਆ ਫਿਰ ਬੀਬੀ ਦਾ ਸਰੂਪ ਧਾਰਨ ਕਰਦੀ ਹੈ। ਨਿਹੰਗ ਸਿੰਘਾਂ ਦੇ ਜਿਹੜੇ ਕਾਨੂੰਨ ਦੇ ਵਿੱਚ ਜਿਹੜਾ ਮਰਦ ਆ ਉਹ ਇੱਕ ਅਕਾਲ ਪੁਰਖ ਦਾ ਸਰੂਪ ਆ। ਜਿਹੜੀ ਬੀਬੀ ਆ ਸੰਸਾਰ ਦੇ ਉੱਤੇ ਪ੍ਰਗਟ ਹੋਈ ਉਹ ਮਾਇਆ ਦਾ ਸਰੂਪ ਹੈ। ਜਿਵੇਂ ਅਕਾਲ ਪੁਰਖ ਮਾਇਆ ਦੇ ਨਾਲ ਖੇਡਾਂ ਖੇਡਦਾ ਹੈ, ਮਹਾਕਾਲ ਤੇ ਮਾਇਆ ਖੇਡਾਂ ਖੇਡਦੀ ਹੈ, ਐਵੇਂ ਸਿੰਘ ਤੇ ਸਿੰਘਣੀ ਖੇਡਾਂ ਖੇਡਦੇ ਆ ਸੰਸਾਰ ਦੀਆਂ। ਸਿੰਘ ਨੇ ਬਰਾਗ ਧਾਰਨ ਕਰਨਾ, ਧਰਮ ਦੇ ਮਾਰਗ ਦੇ ਉੱਤੇ ਚੱਲਣਾ। ਬੀਬੀ ਨੇ ਗਾਹਾਂ ਉਤਪਤੀ ਕਰਨੀ ਆ। ਇਸੇ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕਾਨੂੰਨ ਦੇ ਵਿੱਚ ਸਿੰਘ ਗੁਰੂ ਦਾ ਆ, ਸਿੰਘ ਜਿਹੜੀ ਸਿੰਘਣੀ ਆ ਉਹ ਸਿੰਘ ਦੀ ਹੈ। ਇਸੇ ਕਰਕੇ ਭਾਈ ਬੁੱਢੇ ਦਲ ਦੇ ਵਿੱਚ ਅੱਜ ਤੱਕ ਕਦੇ ਵੀ ਬੀਬੀ ਨੂੰ ਖੰਡੇ ਦੀ ਪਹੁਲ ਨਹੀਂ ਦਿੱਤੀ ਗਈ। ਕਿਰਪਾਨ ਦਾ ਛਕਾਉਣਾ ਪਿਆ ਕਿਉਂਕਿ ਜਿਹੜੇ ਬਾਕੀ ਦੇ ਬਹੁਤ ਵੱਡੇ ਵੱਡੇ ਬ੍ਰਹਮ ਗਿਆਨੀ ਉਹਨਾਂ ਨੇ ਕਮੱਤ ਪ੍ਰਚਾਰਨੀ ਸ਼ੁਰੂ ਕਰ ਦਿੱਤੀ, ਖੰਡੇ ਦੀ ਪਹੁਲ ਦੇਣੀ ਸ਼ੁਰੂ ਕਰ ਦਿੱਤੀ। ਕਮੱਤੀਏ, ਠੀਕ ਹੈ ਜੀ, ਵਿਘਨਕਾਰੀ ਨੇ ਉਹ ਅਕਾਲ ਪੁਰਖ ਦੀ ਖੇਡ ਦੇ ਵਿੱਚ, ਜਿਨ੍ਹਾਂ ਨੇ ਇਹ ਕਾਰਜ ਸ਼ੁਰੂ ਕੀਤੇ ਜਾਂ ਜਿਹੜੇ ਅੱਜ ਕਰ ਰਹੇ ਆ। ਅਕਾਲ ਪੁਰਖ ਦੀ ਚੱਲ ਰਹੀ ਖੇਡ ਦੇ ਵਿੱਚ ਵਿਘਨ ਲਾ ਰਹੇ ਆ। ਤੇ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਜਿਹੜੀ ਔਰਤ ਆ ਉਹ ਬਰਾਗ ਨੂੰ ਧਾਰਨ ਕਰੇ, ਮਨ ਦੀਆਂ ਸਾਰੀਆਂ ਚੰਚਲਤਾਈਆਂ ਛੱਡ ਕੇ ਬਰਾਗ ਨੂੰ ਧਾਰਨ ਕਰ ਲਵੇ। ਜਿਤਨਾ ਚਿਰ ਬਰਾਗ ਧਾਰਨ ਨਹੀਂ ਕਰ ਹੁੰਦਾ, ਸਾਰੇ ਸੰਸਾਰ ਦੇ ਜਿਹੜੇ ਪਦਾਰਥ ਆ, ਜਿਹੜੇ ਹੋਰ ਰਾਗ ਦੁਐਸ਼ ਆ, ਜਿਹੜੇ ਉਹਨਾਂ ਨੂੰ ਜਿੰਨਾ ਚਿਰ ਕੋਈ ਤਿਆਗਦਾ ਨਹੀਂ, ਉਹਨਾਂ ਚਿਰ ਮਰਦ ਵੀ ਬਰਾਗ ਨਹੀਂ, ਜਿੰਨਾ ਚਿਰ ਮਰਦ ਧਾਰਨ ਕਰਦਾ ਉਹਨਾਂ ਚਿਰ ਮਰਦ ਵੀ ਧਰਮ ਦੇ ਮਾਰਗ ਤੇ ਨਹੀਂ ਚੱਲ ਸਕਦਾ। ਜਿੰਨਾ ਚਿਰ ਸਾਰੇ ਮਾਇਆ ਨੂੰ ਮਰਦ ਵੀ ਤਿਆਗ ਨਹੀਂ ਜਿੰਨਾ ਚਿਰ ਕਰਦਾ ਮਾਇਆ ਦਾ, ਉਹਨਾਂ ਚਿਰ ਤਾਂ ਮਰਦ ਵੀ ਨਹੀਂ ਚੱਲ ਸਕਦਾ। ਪਰ ਜਿਹੜਾ ਬੀਬੀ ਦਾ ਮਨ ਹੈ, ਜਿਹੜਾ ਬੀਬੀ ਦੀ ਜਿਹੜੀ ਖੇਡ ਆ, ਬੀਬੀ ਦੀ ਜਿਹੜੀ ਸੁਰਤ ਬਿਰਤ ਆ, ਉਹ ਤਾਂ ਹੈ ਹੀ ਬਹੁਤ ਚੰਚਲਤਾਈ ਹੈ। ਨਾਨਾ ਪ੍ਰਕਾਰ ਦੀਆਂ ਚੰਚਲਤਾਈਆਂ ਉਹ ਕਰਦੀ ਹੈ। ਇਹ ਸੰਸਾਰ ਦੀ ਜਿਹੜੀ ਮਾਇਆ ਆ, ਸੰਸਾਰ ਨੂੰ ਕਿਵੇਂ ਨਚਾਈ ਫਿਰਦੀ ਹੈ।